सत श्री अकाल, स्वागत है। गौरव शुक्ला मैं हां तुहाडे नाल। इस बुलेटिन का आगाज वड्डी खबर दे नाल करांगे। दो तस्वीरां दिन ਦੀਆਂ ਵੱਡੀਆਂ खबरां ਉਹ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਰੇੜਕਾ ਬਰਕਰਾਰ ਹੈ। ਕੇਂਦਰ ਨੇ ਮੁੜ ਤੋਂ ਕਿਸਾਨਾਂ ਦੇ ਪਾਲੇ ਦੇ ਵਿੱਚ ਗੇਂਦ ਸੁੱਟ ਦਿੱਤੀ ਹੈ। ਕੇਂਦਰ ਨੇ ਚਿੱਠੀ ਭੇਜ ਦਿੱਤੀ ਹੈ। ਕਿਸਾਨਾਂ ਨੇ ਚਿੱਠੀ ਦੇ ਉੱਤੇ ਸਵਾਲ ਚੁੱਕ ਦਿੱਤੇ ਨੇ। ਇਹ ਦੋ ਤਸਵੀਰਾਂ ਅੱਜ ਦੀ ਪੂਰੀ ਕਹਾਣੀ ਨੂੰ ਬਿਆਨ ਕਰਦੀਆਂ ਨੇ, ਦਿਨ ਦੀ ਪੂਰੀ ਅਪਡੇਟ ਨੂੰ ਬਿਆਨ ਕਰਦੀਆਂ ਨੇ। किसानों ने एक दिन पहला मीटिंग करके केंद्र दिया चिट्ठी के उत्ते जवाब वापस भेजा सी ते उसके कुछ घंटिया बाद ही केंद्र ने एक बार मुड़ तो चिट्ठी लिख के किसानों के पाले दे विच गेंद सुट दी, सद्दा दे दिता। पर इस चिट्ठी दे विच भी ना तां तारीख है ते ना ही चिट्ठी दे विच समा दस्सिया गया। हाँ, विज्ञान भवन का जिक्र जरूर है कि विज्ञान भवन नवी दिल्ली दे विच दसो तुसीं कदों मीटिंग दे लई तैयार हो, कदों तुसीं चाहुंदे हो गलबात करना, उस समय असीं गलबात करन नूं तैयार हैं, सरकार कह रही है। चिट्ठी दे विच आखिरी लाइन दे विच यह भी लिखा गया कि मंत्रियों की समिति तुहाडे नाल गलबात करेगी। ते दूजे पासे किसानां तक चिट्ठी पहुंची। किसानां ने फिर जिक्र कर दिता कि देखो चिट्ठी दे विच नवां कुछ नहीं। किसानां ने यह भी कर दिता कि पुरानी चिट्ठी दी ही कॉपी करके सानूं दोबारा भेज दित्ती है। जिहड़े बिंदुआं ते चर्चा चाहुंदे हैं किसान उसका ब्यौरा दस्सण सरकार कह रही है। सरकार सारे बिंदुआं ते खुल के गलबात करन नूं तैयार है। किसानां दा प्रतिकरण सामने आया। किसान कह रहे हैं कि तुसी चिट्ठी दे विच नवां की दस्सिया सानूं ओह दसो। सरकार दे सद्दे दे विच कुछ भी नवां नहीं है। सरकार मामले नूं लटकाना चाहुंदी है। सरकार समा ते तारीख खुद तय करे। मीटिंग दे विच कौन शामिल होवेगा यह भी दस्सिया जावे। हुण तुहानूं दस दिआं कि चिट्ठी दे विच की कुछ लिखिया गया है जो सद्दा सरकार दे वल्लों भेजिया गया। ਭਾਰਤ ਸਰਕਾਰ ਇੱਕ ਵਾਰ ਫਿਰ ਤੋਂ ਦੁਹਰਾਉਣਾ ਚਾਹੁੰਦੀ ਹੈ ਕਿ ਸਰਕਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਚੁੱਕੇ ਗਏ ਸਾਰੇ ਮੁੱਦਿਆਂ ਦੇ ਤਰਕਪੂਰਨ ਹੱਲ ਦੇ ਲਈ ਤਤਪਰ ਹੈ। ਜ਼ਰੂਰੀ ਵਸਤਾਂ ਸੋਧ ਬਿੱਲ ਬਾਰੇ ਵੀ ਸਰਕਾਰ ਗੱਲਬਾਤ ਲਈ ਤਿਆਰ ਹੈ। ਤਿੰਨਾਂ ਖੇਤੀ ਕਾਨੂੰਨਾਂ ਦਾ MSP ਦੀ ਖਰੀਦ ਦੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਤਿੰਨਾਂ ਕਾਨੂੰਨਾਂ ਦੇ ਆਉਣ ਨਾਲ ਪਹਿਲਾਂ ਤੋਂ ਚੱਲ ਰਹੀ MSP ਤੇ ਕੋਈ ਪ੍ਰਭਾਵ ਹੈ। ਸਰਕਾਰ MSP ਦੀ ਲਿਖਤ ਗਾਰੰਟੀ ਦੇਣ ਦੇ ਲਈ ਤਿਆਰ ਹੈ, ਪਰ ਕੋਈ ਨਵੀਂ ਮੰਗ ਰੱਖਣਾ ਜੋ ਕਾਨੂੰਨ ਤੋਂ ਪਰੇ ਹੈ ਤਰਕਸੰਗਤ ਨਹੀਂ ਲੱਗਦਾ। ਬਿਜਲੀ ਸੋਧ ਬਿੱਲ ਤੇ ਪਰਾਲੀ ਨਾਲ ਸੰਬੰਧਿਤ ਬਿੱਲ ਵਿੱਚ ਚੁਣੇ ਗਏ ਮੁੱਦਿਆਂ ਤੋਂ ਇਲਾਵਾ ਕੋਈ ਹੋਰ ਮੁੱਦਾ ਹੈ ਤਾਂ ਉਸ ਤੇ ਵੀ ਸਰਕਾਰ ਵਾਰਤਾ ਲਈ ਤਿਆਰ ਹੈ। ਸਰਕਾਰ ਪਹਿਲਾਂ ਹੀ ਸਾਫ਼ ਨੀਅਤ ਅਤੇ ਖੁੱਲੇ ਮਨ ਦੇ ਨਾਲ ਅੰਦੋਲਨ ਨੂੰ ਖਤਮ ਕਰਨ ਅਤੇ ਮੁੱਦਿਆਂ ਤੇ ਗੱਲਬਾਤ ਕਰ ਰਹੀ ਹੈ ਅਤੇ ਅੱਗੋਂ ਵੀ ਕਰਦੀ ਰਹੇਗੀ। ਕਿਰਪਾ ਕਰਕੇ ਤਰੀਕ ਤੇ ਸਮਾਂ ਦਿਓ ਅਤੇ ਜਿਨ੍ਹਾਂ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਉਹਨਾਂ ਦਾ ਵੇਰਵਾ ਦਿਓ ਤਾਂ ਕਿ ਤੁਹਾਡੀ ਸਹੂਲਤ ਦੇ ਮੁਤਾਬਕ ਦਿੱਲੀ ਦੇ ਵਿਗਿਆਨ ਭਵਨ ਵਿੱਚ ਮੰਤਰੀ ਪੱਧਰ ਦੀ ਕਮੇਟੀ ਦੇ ਨਾਲ ਗੱਲਬਾਤ ਕਰਵਾਈ ਜਾ ਸਕੇ। ਇਹ ਦੋ ਪੰਨਿਆਂ ਦੀ ਚਿੱਠੀ ਹੈ। ਉਸ ਚਿੱਠੀ ਦਾ ਨਿਚੋੜ ਕੀ ਅਸੀਂ ਉਹ ਤੁਹਾਨੂੰ ਸਮਝਾਉਣ ਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਧਰ ਕੇਂਦਰ ਦੀ ਚਿੱਠੀ ਦੇ ਉੱਤੇ ਕਿਸਾਨ ਲੀਡਰਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਤੇ ਤਲਖ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਵਾਬ ਦਿੱਤੇ ਜਾ ਰਹੇ ਨੇ। ਕਿਸਾਨ ਆਗੂਆਂ ਦਾ ਕਹਿਣਾ ਹੈ, ਜਗਮੋਹਨ ਸਿੰਘ ਕਿਸਾਨ ਆਗੂ ਨੇ, ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਚਿੱਠੀ ਪੁਰਾਣੀ ਚਿੱਠੀ ਦੀ ਕਾਪੀ ਹੈ। ਕੇਂਦਰ ਨੇ ਨਵੇਂ ਕਾਨੂੰਨਾਂ ਦੇ ਨਾਲ ਟ੍ਰਿਪਲ ਮਰਡਰ ਕਰ ਦਿੱਤਾ ਹੈ। ਇਹ ਮੌਤ ਦੇ ਵਾਰੰਟ ਵਾਪਸ ਕਰਵਾ ਕੇ ਅਸੀਂ ਵਾਪਸ ਮੁੜਾਂਗੇ। ਤੇ ਵੀ ਤੁਹਾਨੂੰ ਦੱਸ ਦਈਏ ਕਿ ਨਾਲ ਹੀ ਜ਼ਿਕਰ ਕੀਤਾ ਜਾ ਰਿਹਾ ਕਿ ਅਸੀਂ ਸ਼ੁੱਕਰਵਾਰ ਨੂੰ ਮੀਟਿੰਗ ਕਰਾਂਗੇ, ਕੋਈ ਵੱਡਾ ਫੈਸਲਾ ਕਰਾਂਗੇ। किसान आगू यह भी कह रहे हैं कि हुण मीटिंग चिट्ठी तो अगे वधना होवेगा। बकायदा की करना है ये साडी कल नूं मीटिंग होण जा रही है, कल नूं मीटिंग 'च फैसला लवांगे। पर मोटे ਜਿਹੇ रूप 'ਚ देखीए ਤਾਂ ਜਿਹੜੀਆਂ ਪਹਿਲੀਆਂ ਜਿਹੜੀਆਂ ਸਾਨੂੰ ਆਏ ਨੇ ਸੱਦੇ ਪੱਤਰ ਉਹਨਾਂ ਵਾਂਗੂ ਹੀ ਮਤਲਬ ਜਿਵੇਂ ਪਹਿਲਾਂ ਸਾਡੇ ਨਾਲ ਮੀਟਿੰਗ ਖੇਡਦੇ ਰਹੇ ਨੇ, ਹੁਣ ਲੱਗਦਾ ਚਿੱਠੀ ਖੇਡ ਰਹੇ ਨੇ। ਔਰ ਐਸ ਨੂੰ ਪੜ੍ਹ ਕੇ ਮੈਨੂੰ ਐ ਹੈਰਾਨਗੀ ਹੋਈ ਕਿ ਪਿਛਲੀ ਮੀਟਿੰਗ ਦਾ ਜਿਵੇਂ ਕਿਸੇ ਕਲਰਕ ਨੇ ਕੁਝ ਪੈਰੇ ਕਾਪੀ ਪੇਸਟ ਤਿੰਨ ਕਤਲ ਕਰ ਦਿੱਤੇ, ਆਮ ਲੋਕਾਂ ਦਾ ਵੀ ਕਤਲ ਕਰਤਾ, ਰਾਜਾਂ ਦੇ ਅਧਿਕਾਰਾਂ ਦਾ ਵੀ ਕਤਲ ਕਰਤਾ, ਮਤਲਬ ਖੇਤੀ ਨਾਲ ਸੰਬੰਧਿਤ ਖੇਤ ਮਜ਼ਦੂਰ ਜਾਂ ਮਤਲਬ ਮੰਡੀ 'ਚ ਕੰਮ ਕਰਨ ਵਾਲੇ ਤੇ ਕਿਸਾਨਾਂ ਦਾ ਕੀਤਾ ਹੀ ਕੀਤਾ। ਇਹ ਟ੍ਰਿਪਲ ਮਰਡਰ ਜਿਹੜਾ BJP ਦੀ ਮੋਦੀ ਗੌਰਮੈਂਟ ਨੇ ਕੀਤਾ, ਇਸ ਕਤਲ ਦੇ ਵਿੱਚ ਤਾਂ ਹੀ ਇਸ ਨੂੰ ਮੌਤ ਦੇ ਵਾਰੰਟ ਕਹਿੰਦੇ ਆ। ਇਹ ਖਤਮ ਕਰਾਉਣ ਤੋਂ ਬਿਨਾਂ ਅਸੀਂ ਮੌਤ ਦੇ ਵਾਰੰਟ ਜਾਣਾ ਨਹੀਂ। ਇਹ ਭਾਰਤੀ ਸੰਵਿਧਾਨ 'ਚ ਜਿਹੜੇ ਕਾਲੇ ਕਾਨੂੰਨ ਕਾਲੇ ਪੇਜ ਬਣ ਗਏ ਨੇ, ਇਹਨਾਂ ਨੂੰ ਖਤਮ ਕਰਾਉਣ ਤੋਂ ਬਿਨਾਂ ਇੱਥੋਂ ਹੀ ਜਾਣਾ ਨਹੀਂ। ਸਾਨੂੰ ਸੰਘਰਸ਼ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੜਾਈ ਸਾਡੀ ਆ ਆਰ ਪਾਰ ਦੀ ਲੜਾਈ ਆ। ਸਾਨੂੰ ਤਾਂ ਅਜੇ ਪਾਰ ਵਾਲੇ ਪਾਸੇ ਤੋਂ ਅਸੀਂ ਗਏ ਨਹੀਂ, ਜਿੱਥੇ ਉਹਨਾਂ ਨੇ ਸਾਨੂੰ ਰੋਕਿਆ ਅਸੀਂ ਸਾਡਾ ਕੋਈ ਸ਼ੌਂਕ ਨਹੀਂ ਸੀ ਸੜਕ ਤੇ ਰੁਕਣਾ, ਉਹਨਾਂ ਰੋਕ ਲਿਆ ਅਸੀਂ ਰੁਕ ਗਏ। ਸਾਡੀ ਸਟਰੈਂਥ ਵੱਧ ਰਹੀ ਆ, ਸਾਨੂੰ ਹਰ ਪੱਖ ਤੋਂ ਮਦਦ ਬਹੁਤ ਮਿਲ ਰਹੀ ਆ। ਲੋਕ ਚਾਹੁੰਦੇ ਨੇ ਕੁਛ ਨਾ ਕੁਛ ਅੱਗੇ ਕੀਤਾ ਜਾਵੇ। ਅਨੁਸ਼ਾਸਨ ਨਾਲ ਲੜਾਈ ਲੜਾਂਗੇ, ਪਰ ਇੱਕ ਐਸੀ ਲੜਾਈ ਲੜਾਂਗੇ ਜਿਹੜੀ ਕਿ ਯਾਦ ਰਹੂਗੀ ਭਾਰਤ ਦੇ ਹੀ ਨਹੀਂ ਦੁਨੀਆ ਦੇ ਇਤਿਹਾਸ 'ਚ ਵੀ ਭਾਰਤ ਦੇ ਕਿਸਾਨਾਂ ਨੇ। उधर सियासी बयानबाजी भी हो रही है। आम आदमी पार्टी का कहना है कि सरकार चिट्ठियां भेज के खाना पूर्ति कर रही है। बीजेपी का कहना है कि सरकार किसानों के नाल खुले दिल के नाल गलबात करने के लिए तैयार है। सोच समझ के
ਮੈਂ ਪਹਿਲਾਂ ਵੀ ਕਿਹਾ, ਇੱਕ ਪਾਸੇ ਤਾਂ ਉਧਰ ਗੱਲਬਾਤ ਚਲਾਉਂਦੇ ਆ, ਇੱਕ ਪਾਸੇ ਤਾਂ ਤੋਮਰ ਜੀ ਬਿਆਨ ਦੇ ਦਿੰਦੇ ਆ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਵੀ ਜੇ ਅਸੀਂ ਕੋਈ ਹੱਲ ਕੱਢਦੇ ਆ ਤੇ ਸ਼ਾਮ ਨੂੰ ਬਿਆਨ ਆ ਜਾਂਦਾ ਕਾਨੂੰਨ ਬੜੇ ਚੰਗੇ ਆ। ਇੱਧਰ ਮੀਟਿੰਗ ਚੱਲਦੀ ਹੁੰਦੀ ਹੈ, ਦੂਜੇ ਪਾਸੇ ਕਿਸੇ ਮੰਤਰੀ ਦਾ ਬਿਆਨ ਆ ਜਾਂਦਾ ਜੀ ਕਾਨੂੰਨ ਵਾਪਸ ਨਹੀਂ ਹੋਣਗੇ। ਤੇ ਜਿਹੜੀ ਇਹ ਭਾਜਪਾ ਦੀ ਨੀਤੀ ਰਹੀ ਆ, ਜਿਹੜਾ ਨਕਸਲਾਈਟ ਵੀ ਕਹਿੰਦੇ ਆ, ਖਾਲਿਸਤਾਨੀ ਵੀ ਕਹਿੰਦੇ ਆ, ਜਾਣ ਬੁੱਝ ਕੇ ਪਹਿਲਾਂ ਵੀ ਇਹ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਆ, ਹੁਣ ਵੀ ਉਸ ਨੂੰ ਸੰਘਰਸ਼ ਨੂੰ ਜਿਹੜਾ ਨਿਰਾ ਕਿਸਾਨਾਂ ਦਾ, ਨਰੋਲ ਕਿਸਾਨਾਂ ਦਾ, ਉਹਨੂੰ ਇਹ ਦਾਗ ਲਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰ। ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ। ਨਰਿੰਦਰ ਮੋਦੀ ਜੀ 2022 ਚ ਕਿਸਾਨਾਂ ਦੀ ਇਨਕਮ ਨੂੰ ਡਬਲ ਕਰਨ ਦਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਹੈ ਉਹ ਪੂਰਾ ਕਰਨਗੇ। ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕੇਂਦਰ ਸਰਕਾਰ ਨੇ ਦੁਬਾਰਾ ਤੁਹਾਨੂੰ ਸੱਦਾ ਭੇਜਿਆ ਹੈ। ਸੱਦਾ ਇਹ ਦਿਖਾਉਂਦਾ ਹੈ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਡੀ ਸਮੱਸਿਆਵਾਂ, ਜਿਹੜੇ ਤੁਹਾਡੇ ਖਦਸ਼ੇ ਹੈ, ਡਾਊਟਸ ਹੈ, ਉਹ ਦੂਰ ਕਰਨਾ ਚਾਹੁੰਦੇ ਹਾਂ ਔਰ ਤੁਹਾਡੇ ਹਿਸਾਬ ਨਾਲ ਹੀ ਕਾਨੂੰਨ ਨੂੰ ਬਣਾਉਣਾ ਚਾਹੁੰਦੇ ਹਾਂ। ਤਾਂ ਬੀਜੇਪੀ ਦਾ ਦਾਅਵਾ ਹੈ ਕਿ ਖੁੱਲੇ ਦਿਲ ਦੇ ਨਾਲ ਅਸੀਂ ਕਿਸਾਨਾਂ ਨੂੰ ਸੱਦਾ ਦੇ ਰਹੇ ਹਾਂ ਤੇ ਇਹ ਵੀ ਬੀਜੇਪੀ ਆਗੂ ਜ਼ਿਕਰ ਕਰਦੇ ਨਜ਼ਰ ਆਏ ਕਿ ਰਿਸਪੈਕਟ ਦੇ ਤੌਰ ਦੇ ਉੱਤੇ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਦੱਸੋ ਟਾਈਮ ਤੇ ਤੁਸੀਂ ਦੱਸੋ ਸਮਾਂ। ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇ ਦੀ। ਪੁਲਿਸ ਨੇ ਕਿਸਾਨਾਂ ਨੂੰ ਮਨਾਇਆ, ਕਿਸਾਨਾਂ ਨੂੰ ਮਨਾਉਣ ਦੇ ਵਿੱਚ ਪੁਲਿਸ ਕਾਮਯਾਬ ਰਹੀ ਹੈ। ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇ ਨੂੰ ਮੁੜ ਤੋਂ ਖੁਲਵਾ ਲਿਆ ਗਿਆ। ਕਿਸਾਨਾਂ ਨੇ ਦਰਅਸਲ ਜਾਮ ਕਰ ਦਿੱਤਾ ਸੀ। ਕਰੀਬ 2 ਘੰਟੇ ਤੱਕ ਇਸ ਹਾਈਵੇ ਨੂੰ ਜਾਮ ਰੱਖਿਆ ਗਿਆ। ਟਰੈਕਟਰ ਟਰਾਲੀਆਂ ਲਗਾ ਕੇ ਹਾਈਵੇ ਜਾਮ ਕੀਤਾ ਗਿਆ ਸੀ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ। KMP ਐਕਸਪ੍ਰੈਸ ਵੇ ਹਾਲਾਂਕਿ ਬਾਅਦ ਦੇ ਵਿੱਚ ਜਾਮ ਨੂੰ ਮੁੜ ਤੋਂ ਖੁਲਵਾ ਲਿਆ ਗਿਆ। ਪਹਿਲਾਂ ਜਾਮ ਕੀਤਾ ਗਿਆ, ਉੱਥੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ, ਹਫੜਾ ਦਫੜੀ ਪ੍ਰਸ਼ਾਸਨ 'ਚ ਵੀ ਮਚ ਗਈ ਕਿਉਂਕਿ ਹੁਣ ਤੱਕ ਸੋਨੀਪਤ ਵਾਲਾ ਰਾਹ ਜਿਹੜਾ ਅੱਗੇ ਜਾਂਦਾ ਦਿੱਲੀ ਨੂੰ ਉਹ ਬੰਦ ਸੀ ਤੇ ਦੂਜਾ ਰਾਹ ਖੁੱਲਾ ਸੀ ਜਿਹੜਾ ਸਿੱਧਾ ਗੁਰੂਗ੍ਰਾਮ ਜਾਂਦਾ ਹੈ। ਇੱਕ ਵੱਡਾ ਹਾਈਵੇ ਹੈ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸ ਵੇ ਤੇ ਇਸ ਐਕਸਪ੍ਰੈਸ ਵੇ ਦੇ ਜ਼ਰੀਏ ਦਿੱਲੀ ਬਿਨਾਂ ਗਏ ਹੋਰ ਸੂਬਿਆਂ ਦੇ ਵੱਲ ਜਾਂਦੇ ਨੇ ਲੋਕ, ਖਾਸ ਤੌਰ ਤੇ ਗੁਰੂਗ੍ਰਾਮ ਹੋ ਕੇ ਅੱਗੇ ਜੈਪੁਰ ਜਾਣਾ ਹੈ ਜਿਨ੍ਹਾਂ ਨੇ ਜਾਂ ਫਿਰ ਹੋਰ ਸੂਬਿਆਂ ਦੇ ਵੱਲ ਜਾਣਾ ਹੈ। ਤਾਂ ਇਹ ਵੀ ਜਾਮ ਕਰ ਦਿੱਤਾ ਗਿਆ ਸੀ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਉੱਥੇ ਪਹੁੰਚੇ, ਲੰਬੀ ਗੱਲਬਾਤ ਹੋਈ ਤੇ ਕਰੀਬ 1.5-2 ਘੰਟੇ ਬਾਅਦ ਕਿਸਾਨਾਂ ਦੇ ਵੱਲੋਂ ਇਹ ਜਾਮ ਖੋਲ ਦਿੱਤਾ ਗਿਆ। कुछ किसानों ने KMP थोड़ी देर के लिए जाम कर दिया था, परंतु अब दोनों साइड से ट्रैफिक स्मूथ है। जैसा कि आप देख रहे हो ट्रैफिक चला हुआ है, सारी हालात ठीक है, वो चले गए। प्रशासन की बातें मान ली थी क्या किसानों ने? देखिए जी, काफ़ी देर उनसे बातचीत करनी पड़ी, तो बातचीत करने के बाद उन्होंने कोई अल्टीमेटम दे के गए क्या सर? नहीं, कोई अल्टीमेटम नहीं दिया गया, तो वो नीचे चले गए हैं जहाँ इनका मुख्य धरना चला हुआ है, तो वहाँ पे ये जाके बैठ गए। ਅੱਗੇ ਵਧਦੇ ਤੇ ਗੱਲ ਹੋਵੇਗੀ ਹਰਿਆਣਾ ਸਰਕਾਰ ਦੇ ਮੰਤਰੀਆਂ ਦੀ ਜਿਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ। ਖਬਰ ਜੀਂਦ ਦੇ ਉਚਾਨਾ ਤੋਂ ਹੈ ਜਿੱਥੇ ਕਿਸਾਨਾਂ ਨੇ ਡਿਪਟੀ CM ਦੁਸ਼ਯੰਤ ਚੌਟਾਲਾ ਦੇ ਲਈ ਬਣਾਇਆ ਗਿਆ ਹੈਲੀਪੈਡ ਪੁੱਟ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੁਸ਼ਯੰਤ ਚੌਟਾਲਾ ਕਿਸਾਨਾਂ ਦਾ ਸਮਰਥਨ ਨਹੀਂ ਕਰਦੇ ਉਹਨਾਂ ਨੂੰ ਇਲਾਕੇ ਦੇ ਵਿੱਚ ਨਹੀਂ ਆਉਣ ਦਿੱਤਾ ਜਾਏਗਾ। ਉੱਥੇ ਹਾਂਸੀ ਦੇ ਵਿੱਚ ਰਾਜ ਮੰਤਰੀ ਅਨੂਪ ਧਾਨਕ ਦਾ ਘਿਰਾਓ ਕੀਤਾ ਗਿਆ। ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧੇ ਤੇ ਘਿਰਾਓ ਕੀਤਾ ਗਿਆ। 2 ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਹੈਲੀਪੈਡ ਬਣਾਇਆ ਗਿਆ ਜਿੱਥੇ ਹੈਲੀਕਾਪਟਰ ਉਤਰਦਾ ਉਸ ਨੂੰ ਹੈਲੀਪੈਡ ਕਿਹਾ ਜਾਂਦਾ ਹੈ। ਫਿਰ ਕਹੀ ਲੈ ਕੇ ਕਿਸਾਨਾਂ ਨੇ ਉੱਥੇ ਪੂਰਾ ਹੈਲੀਪੈਡ ਹੀ ਪੁੱਟ ਦਿੱਤਾ ਤਾਂ ਇੱਥੇ ਲੈਂਡਿੰਗ ਤਾਂ ਹੁਣ ਨਹੀਂ ਹੋ ਸਕਦੀ ਸੀ। ਤਾਂ ਖੈਰ ਪੂਰਾ ਦੌਰਾ ਹੀ ਜੀਂਦ ਦੇ ਵਿੱਚ ਜੋ ਉਚਾਰਨ ਦੇ ਵਿੱਚ ਪਹੁੰਚਣਾ ਸੀ ਦੁਸ਼ਯੰਤ ਚੌਟਾਲਾ ਨੇ ਉਹ ਰੱਦ ਕਰ ਦਿੱਤਾ ਗਿਆ। ਉਹ ਦੌਰਾ ਰੱਦ ਹੋਇਆ ਤਾਂ ਫਿਰ ਹਾਂਸੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਰਾਜ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ। ਉੱਥੇ ਬੈਰੀਕੇਡ ਕੀਤੇ ਗਏ ਸੀ, ਬੈਰੀਕੇਡ ਤੋੜ ਕੇ ਉਹ ਅੱਗੇ ਵਧੇ ਤੇ ਘਰ ਦਾ ਘਿਰਾਓ ਕੀਤਾ ਗਿਆ। किसान महापंचायत हुई तो उसमें एक निर्णय लिया गया था 5 तारीख को कि जो भी बांगर का नेता, चाहे MLA हो चाहे MP हो, जो भी हमारे बांगर के इलाके में घुसेगा हम उसका सामाजिक बहिष्कार करेंगे और काले झंडे दिखाकर उसको क्षेत्र से बाहर निकालेंगे। आज सिवानिया स्कूल के अंदर हमारे जो डिप्टी CM है उचियाना से MLA है दुष्यंत चौटाला, उन्होंने आना था। हमें पता चला तो किसान सभी इकट्ठे हुए यहाँ अपने काले झंडे लेकर और उन्होंने आकर हेलीपैड को उखाड़ा और दुष्यंत चौटाला को यहाँ क्षेत्र से भगाने के लिए अपने काले झंडों से उसका हम यहाँ पर उचियाना पहुँचने पर स्वागत करना चाहते थे काले झंडों के साथ, क्योंकि दुष्यंत चौटाला आज BJP को समर्थन करे। ਹੁਣ ਅੱਗੇ ਵਧਦੇ ਹਾਂ ਕਿਸਾਨ ਅੰਦੋਲਨ ਦੇ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਬਿਆਨ ਵੀ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਅੱਜ ਕੱਲ ਅਸੀਂ ਤਮਾਸ਼ਾ ਦੇਖ ਰਹੇ ਹਾਂ ਜਿਸ ਤਰੀਕੇ ਦਾ ਵਤੀਰਾ ਇਸ ਸਮੇਂ ਹੋ ਰਿਹਾ ਹੈ ਲੋਕਤੰਤਰ ਕਿ ਇਹ ਵਾਕਈ ਲੋਕਤੰਤਰ ਹੈ। ਹਰਿਆਣਾ ਦੇ ਮੁੱਖ ਮੰਤਰੀ ਇੱਕ ਸੈਮੀਨਾਰ ਦੇ ਵਿੱਚ ਪਹੁੰਚੇ ਹੋਏ ਸਨ, ਉੱਥੇ ਸੰਬੋਧਨ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਕਾਨੂੰਨ ਰੱਦ ਕਰਵਾਉਣ ਦੇ ਲਈ ਲੋਕ ਦਬਾਅ ਬਣਾ ਰਹੇ ਨੇ ਕਿ ਇਹ ਲੋਕਤੰਤਰ ਹੁੰਦਾ ਹੈ। ਉਹਨਾਂ ਨੇ ਵੀ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਢਿੰਗਾ ਮਸਤੀ ਨਹੀਂ ਚੱਲੇਗੀ।
आजकल तमाशा हम देख रहे हैं ना कि ये कानून रद्द कराएंगे, दबाव, हम लोग बैठे हैं, इस कानून को वापस लो। ये डेमोक्रेसी है क्या? डेमोक्रेसी होती है हम अपनी बात सदन में कहें, जहां विचार विमर्श होना है, हम अपनी बात जनता को जाके कहें, सभाएं करें, अपने पैम्पलेट बांटें, मीडिया में जाएं, लोगों के सामने बात रखने में कोई नहीं, हमारे स्वतंत्रता है, राइट टू यानी फ्रीडम ऑफ एक्सप्रेशन। तो फ्रीडम ऑफ एक्सप्रेशन का मतलब यह कि आप अपनी बात को जाकर के सभ्य ढंग से कहीं भी कहो, लेकिन धींगामस्ती करोगे या धींगामस्ती करने वालों को सहयोग दोगे, ये नहीं चलेगा। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਾਂਗਰਸ ਦੀ ਕਰਾਂਗੇ। ਖੇਤੀ ਕਾਨੂੰਨਾਂ ਦੇ ਖਿਲਾਫ ਕਾਂਗਰਸ ਦੇ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ 2 ਕਰੋੜ ਕਿਸਾਨਾਂ ਦੇ ਹਸਤਾਖਰ ਵਾਲਾ ਮੰਗ ਪੱਤਰ ਸੌਂਪਿਆ ਗਿਆ। ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਮੋਦੀ ਸਰਕਾਰ ਦੇ ਉੱਤੇ ਖੂਬ ਵਰਦੇ ਹੋਏ ਵੀ ਨਜ਼ਰ ਆਏ। 5 ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪੂਰਾ ਜਿਹੜਾ ਕਾਂਗਰਸ ਦਾ ਪ੍ਰਦਰਸ਼ਨ ਸੀ ਉਹ ਬਿਆਨ ਹੋ ਰਿਹਾ ਹੈ। ਮੋਰਚਾਬੰਦੀ ਕਾਂਗਰਸ ਕਰਦੀ ਨਜ਼ਰ ਆਈ ਹੈ। ਰਾਸ਼ਟਰਪਤੀ ਨਾਲ ਮੁਲਾਕਾਤ ਹੋਈ ਹੈ। ਪੁਲਿਸ ਨੇ ਰਾਹ ਦੇ ਵਿੱਚ ਫਿਰ ਰੋਕ ਲਿਆ। ਕਾਂਗਰਸ ਭਵਨ ਤੋਂ ਰੋਸ ਮਾਰਚ ਕੱਢਿਆ ਗਿਆ ਸੀ। ਸੜਕ ਦੇ ਉੱਤੇ ਹੀ ਫਿਰ ਜਿਹੜੇ ਕਾਂਗਰਸੀ ਆਗੂ ਨੇ ਉਹਨਾਂ ਨੇ ਧਰਨਾ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਤੇ ਜ਼ਬਰਨ ਇੱਕ ਕਾਨੂੰਨ ਥੋਪੇ ਗਏ ਨੇ ਅਤੇ ਫੌਰਨ ਰੱਦ ਹੋਣੇ ਚਾਹੀਦੇ ਨੇ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਅੱਜ ਮੋਹਨ ਭਾਗਵਤ ਵੀ ਸਰਕਾਰ ਦੇ ਖਿਲਾਫ ਕੁਝ ਬੋਲ ਦੇਣ ਤਾਂ ਉਹ ਵੀ ਅੱਤਵਾਦੀ ਐਲਾਨ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਕਾਂਗਰਸ ਲੀਡਰਾਂ ਦੇ ਵੱਲੋਂ ਰਾਸ਼ਟਰਪਤੀ ਭਵਨ ਦੇ ਵੱਲ ਪੈਦਲ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਸੀ। ਰੋਸ ਵਜੋਂ ਕਾਂਗਰਸ ਦੇ ਲੀਡਰਾਂ ਨੇ ਸੜਕ ਦੇ ਉੱਤੇ ਧਰਨਾ ਲਗਾ ਦਿੱਤਾ। ਪੁਲਿਸ ਨੇ ਪ੍ਰਿਯੰਕਾ ਗਾਂਧੀ ਸਣੇ ਕਈ ਕਾਂਗਰਸੀ ਲੀਡਰਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਸੀ। सरकार ने कहा था कि ये कानून किसान के फायदे के हैं और देश को दिख रहा है कि किसान कानून के खिलाफ खड़ा हुआ है। और मैं प्रधानमंत्री जी से कहना चाहता हूं कि ये किसान हटेगा नहीं। प्रधानमंत्री को ये नहीं सोचना चाहिए कि किसान और मजदूर घर चले जाएंगे, नहीं जाएंगे। जब तक ये कानून वापस नहीं लिया जाएगा, जॉइंट सेशन कीजिए और कानून को एकदम वापस लीजिए, क्योंकि किसान वापस नहीं जाने वाला है। हमने 2 करोड़ किसानों के हस्ताक्षर इकट्ठे किए हैं, जो हम राष्ट्रपति जी तक पहुंचाना चाहते हैं, ताकि वो जाने कि ये किसान जो बॉर्डर पे बैठे हुए हैं उनके साथ। उधर पेंडू भारत के एनजीओ के नुमाइंदियों ने ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ ਤੇ 3,13,363 ਦਸਤਖਤਾਂ ਵਾਲਾ ਇੱਕ ਮੰਗ ਪੱਤਰ ਤੇ ਚਿੱਠੀ ਦੇ ਬੰਡਲ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਸੌਂਪੇ ਗਏ ਨੇ ਤੇ ਨਵੇਂ ਕਾਨੂੰਨਾਂ ਦਾ ਸਮਰਥਨ ਕੀਤਾ ਗਿਆ। ਐਨਜੀਓਜ਼ ਦੇ ਨੁਮਾਇੰਦਿਆਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਪੰਜਾਬ, ਹਰਿਆਣਾ ਸਣੇ ਦੇਸ਼ ਦੇ 20 ਸੂਬਿਆਂ ਦੇ ਵਿੱਚ ਪਹੁੰਚ ਕੀਤੀ ਹੈ। ਉਹ 80,000 ਦੇ ਕਰੀਬ ਪਿੰਡਾਂ ਦੇ ਵਿੱਚ ਗਏ ਨੇ ਤੇ 9 ਤਰੀਕ ਤੋਂ ਬਾਅਦ ਉਹਨਾਂ ਨੇ ਨਵੇਂ ਖੇਤੀ ਕਾਨੂੰਨਾਂ ਦੇ ਸਮਰਥਨ ਦੇ ਵਿੱਚ 3 ਲੱਖ ਤੋਂ ਵੱਧ ਦਸਤਖਤ ਕਰਵਾਏ ਨੇ। 9 तारीख के बाद से लेकर के और कल सुबह तक के हस्ताक्षर हम भारत के लगभग 80,000 90,000 गाँव में गए। 7,000 जो हमारे एनजीओज हैं उनके सहयोग से और ये 3,13,363 सिग्नेचर्स उनके 3 बिलों के सशर्त समर्थन में लेके आए हैं। ਅੱਗੇ ਵਧਦੇ ਤੇ ਖਬਰ ਹੁਣ ਦਿੱਲੀ ਤੋਂ ਲਵਾਂਗੇ। ਦਿੱਲੀ ਜਲ ਬੋਰਡ ਦੇ ਦਫ਼ਤਰ ਦੇ ਵਿੱਚ ਭੰਨਤੋੜ ਦੀ ਖਬਰ ਸਾਹਮਣੇ ਆਈ ਹੈ। ਭੀੜ ਨੇ ਦਫ਼ਤਰ ਦੇ ਸ਼ੀਸ਼ੇ, ਗਮਲੇ, ਕੰਪਿਊਟਰ, ਪ੍ਰਿੰਟਰ, ਕੁਰਸੀਆਂ ਤੋੜ ਦਿੱਤੀਆਂ। ਆਮ ਆਦਮੀ ਪਾਰਟੀ ਬੀਜੇਪੀ ਨੂੰ ਘੇਰ ਰਹੀ ਹੈ। ਇਸ ਪੂਰੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਗਾਇਆ ਕਿ ਇਹ ਭੰਨਤੋੜ ਬੀਜੇਪੀ ਦੀ ਸ਼ਹਿ ਦੇ ਉੱਤੇ ਹੋਈ ਹੈ, ਕਿਉਂਕਿ ਬੀਜੇਪੀ ਵਾਲੇ ਇਸ ਗੱਲ ਤੋਂ ਔਖੇ ਨੇ ਕਿ ਕੇਜਰੀਵਾਲ ਸਰਕਾਰ ਕਿਸਾਨਾਂ ਦੀ ਖੁੱਲ੍ਹ ਕੇ ਮਦਦ ਕਰ ਰਹੀ ਹੈ। ਰਾਘਵ ਚੱਡਾ ਨੇ ਕਿਹਾ ਕਿ ਅਸੀਂ ਬੀਜੇਪੀ ਦੇ ਅਜਿਹੇ ਹਮਲਿਆਂ ਤੋਂ ਨਹੀਂ ਡਰਾਂਗੇ ਤੇ ਕਿਸਾਨਾਂ ਦਾ ਸਾਥ ਦਿੰਦੇ ਰਹਾਂਗੇ। भारतीय जनता पार्टी ने क्यों करा ये समझना अति आवश्यक है। जो ये भाजपा के गुंडे आए, उन्होंने मेरा नाम लेके ललकारा और कहा राघव चड्डा, अपने मुख्यमंत्री अरविंद केजरीवाल को समझा देना बहुत ज्यादा किसानों का हितैषी बनता है, बहुत ज्यादा किसानों की तरफदारी करता है, सेवादार बनकर उनकी ज्यादा सेवा कर रहा है। ये 3 काले कानून खारिज करने की बात कर रहा है। अपने केजरीवाल को समझा दो, किसानों के पक्ष में बोलना छोड़ दे, वरना हम एक एक करके तुम्हारे सभी विधायकों को ये मजा चखाएंगे। ਤਾਂ ਸਿਆਸਤ ਤਾਂ ਖੂਬ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਸਭ ਦੇ ਵਿਚਾਲੇ ਦਿੱਲੀ ਬਾਰਡਰਾਂ ਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਨਾਲ ਜਿੱਥੇ ਆਮ ਲੋਕ ਪਰੇਸ਼ਾਨ ਹੋਏ ਨੇ, ਤਾਂ ਉੱਥੇ ਹੀ ਬੱਸਾਂ ਵੀ ਦਿੱਲੀ ਦੇ ਵੱਲ ਨਹੀਂ ਜਾ ਰਹੀਆਂ ਨੇ। ਪੰਜਾਬ ਤੋਂ ਜਿਹੜੀਆਂ ਬੱਸਾਂ ਜਾਂਦੀਆਂ ਨੇ, ਹਰਿਆਣਾ ਤੋਂ, ਜਿਸ ਦੇ ਨਾਲ ਪੰਜਾਬ ਰੋਡਵੇਜ਼ ਨੂੰ ਕਾਫੀ ਵਿੱਤੀ ਘਾਟੇ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਰਿਪੋਰਟ ਦੇਖੋ।
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਸੀਲ ਕੀਤੀਆਂ ਹੋਈਆਂ ਨੇ। ਕਿਸਾਨੀ ਅੰਦੋਲਨ ਦੇ ਕਰਕੇ ਜਿੱਥੇ ਆਮ ਲੋਕ ਪਰੇਸ਼ਾਨ ਨੇ, ਉੱਥੇ ਪੰਜਾਬ ਰੋਡਵੇਜ਼ ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਤਸਵੀਰਾਂ ਜਲੰਧਰ ਬੱਸ ਅੱਡੇ ਦੀਆਂ ਨੇ, ਜਿੱਥੇ ਦਿੱਲੀ ਜਾਣ ਵਾਲੀਆਂ ਬੱਸਾਂ ਦੇ ਚੱਕੇ ਜਾਮ ਨੇ। ਦਿੱਲੀ ਬੱਸਾਂ ਨਾ ਜਾਣ ਕਰਕੇ ਰੋਡਵੇਜ਼ ਨੂੰ ਵਿੱਤੀ ਘਾਟਾ ਪੈ ਰਿਹਾ ਹੈ, ਜੋ ਰੋਜ਼ਾਨਾ ਕਰੀਬ 7 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਕਿ ਬੱਸਾਂ ਜਿੱਦਾਂ ਬਾਰਡਰ ਬੰਦ ਹੋਣ ਕਰਕੇ ਸਵਾਰੀ ਬਹੁਤ ਘਟ ਗਈ ਆ, ਇਸ ਕਰਕੇ ਬਹੁਤ ਹੀ ਘਾਟਾ ਨੁਕਸਾਨ ਹੋ ਰਿਹਾ ਸਰਕਾਰ ਨੂੰ। ਬਾਰਡਰ ਬੰਦ ਹੋਣ ਕਰਕੇ ਤਾਂ ਜ਼ਿਆਦਾ ਨੁਕਸਾਨ ਹੋ ਰਿਹਾ। ਦਿੱਲੀ ਬਾਰਡਰ ਉਧਰੋਂ ਬੰਦ ਕਰਤਾ ਕਿਸਾਨਾਂ ਨੇ, ਉਧਰੋਂ ਜੰਮੂ ਵਾਲਾ ਬੰਦ ਹੋ ਗਿਆ, ਇਸ ਕਰਕੇ ਸਾਨੂੰ ਰੋਡਵੇਜ਼ ਨੂੰ ਬਹੁਤ ਘਾਟਾ ਪੈ ਰਿਹਾ। ਪਹਿਲਾਂ ਜਿੱਦਾਂ ਡੇਲੀ ਸਾਡਾ 10 ਲੱਖ ਰੁਪਈਆ ਬੁਕਿੰਗ ਹੋ ਜਾਂਦੀ ਸੀ, ਐਡਵਾਂਸ ਬੁਕਿੰਗ ਜਿਹੜੀਆਂ ਗੱਡੀਆਂ ਭੇਜਦੇ ਕਰਕੇ ਅਸੀਂ, ਹੁਣ ਘੱਟੋ ਘੱਟ ਬਹੁਤ ਜ਼ਿਆਦਾ ਘਾਟਾ ਹੋ ਰਿਹਾ, 3-4 ਲੱਖ ਰੁਪਈਆ। ਕਿਸੇ ਸਮੇਂ ਜਲੰਧਰ ਦੇ ਬੱਸ ਅੱਡੇ ਤੇ ਚਹਿਲ ਪਹਿਲ ਹੁੰਦੀ ਸੀ, ਕਰੀਬ 100 ਬੱਸਾਂ ਦਿੱਲੀ ਜਾਂਦੀਆਂ ਸਨ, ਪਰ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਅੰਦੋਲਨ ਦੇ ਕਰਕੇ ਹੁਣ ਸਿਰਫ 25 ਬੱਸਾਂ ਹੀ ਜਾ ਰਹੀਆਂ ਨੇ, ਤੇ ਉਹ ਵੀ ਪਾਣੀਪਤ ਤੱਕ। ਜਲੰਧਰ ਤੋਂ ਪਹਿਲਾਂ ਦਿੱਲੀ ਤੇ ਜੰਮੂ ਦੇ ਲਈ 150 ਬੱਸ ਜਾਂਦੀ ਸੀ ਅਤੇ ਕਰੀਬ 10 ਲੱਖ ਰੁਪਏ ਇਕੱਠੇ ਹੁੰਦੇ ਸਨ, ਪਰ ਹੁਣ ਇਹ ਰਕਮ ਘਟ ਕੇ 3 ਲੱਖ ਰੁਪਏ ਰਹਿ ਗਈ ਹੈ। ਤੋਂ ਪਹਿਲਾਂ ਤੇ ਕਰੋਨਾ ਕਰਕੇ 7-8 ਮਹੀਨੇ ਟੋਟਲ ਸਾਰੀਆਂ ਬੱਸਾਂ ਬੰਦ ਰਹੀਆਂ। ਹੁਣ ਦਿੱਲੀ ਨੂੰ ਨੌਨ ਏਸੀ ਗੱਡੀ ਜਿਹੜੀ ਉਹ ਕਾਫੀ ਚੱਲ ਪਈ ਸੀ, ਕੰਮ ਚੱਲਿਆ ਸੀਗਾ, ਤੇ ਲੇਕਿਨ ਆ ਜਿਹੜਾ ਕਿਸਾਨਾਂ ਦਾ ਮੁੱਦਾ ਚੱਲ ਪਿਆ, ਉਹਦਾ ਕਾਰਨ ਹੁਣ ਦਿੱਲੀ ਬਾਰਡਰ ਵੀ ਬੰਦ ਆ ਤੇ ਕਾਫੀ ਬੱਸਾਂ ਜਿਹੜੀਆਂ ਫੇਰ ਰੁਕ ਗਈਆਂ। ਨੁਕਸਾਨ ਲਗਭਗ 6-6.5 ਲੱਖ ਰੁਪਇਆ ਡਿਪੂ ਦਾ ਜੋ ਕਨੈਕਟਰ ਰੂਟ ਤੇ ਜਾ ਕੇ ਆਪਣੀ ਲੈ ਕੇ ਆਉਂਦੇ ਸੀਗੇ, ਰੋਜ਼ ਦਾ ਕੈਸ਼ ਜਮ੍ਹਾਂ ਹੁੰਦਾ ਸੀਗਾ, ਅੱਜ ਮਹਿਜ ਲੱਖ-ਸਵਾ ਲੱਖ ਰੁਪਇਆ ਰਹਿ ਗਿਆ। ਰੋਡਵੇਜ਼ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ। ਪਹਿਲਾਂ ਲੋਕ ਕਰੋਨਾ ਕਰਕੇ ਘਰਾਂ ਤੋਂ ਬਾਹਰ ਨਹੀਂ ਨਿਕਲੇ, ਬੱਸਾਂ ਬੰਦ ਰਹੀਆਂ, ਅਤੇ ਹੁਣ ਕਿਸਾਨੀ ਅੰਦੋਲਨ ਨੇ ਬੱਸਾਂ ਦੀ ਆਵਾਜਾਈ ਤੇ ਬ੍ਰੇਕ ਲਾ ਦਿੱਤੀ ਹੈ। ਜਲੰਧਰ ਤੋਂ ਸੁਰਿੰਦਰ ਕੰਬੋਜ, ਨਿਊਜ਼ 18। ਉਧਰ ਦਿੱਲੀ ਦੀ ਬਰੂਹਾਂ ਤੇ ਧਰਨਾ ਦੇ ਰਹੇ ਕਿਸਾਨਾਂ ਦੇ ਲਈ ਸਿੰਘੂ ਬਾਰਡਰ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ। ਬਾਰਡਰ ਤੇ ਹੀ ਕਸਰਤ ਕਰਨ ਦੇ ਲਈ ਜਿਮ ਤੱਕ ਖੋਲ ਦਿੱਤੀ ਗਈ ਹੈ, ਜਿੱਥੇ ਨੌਜਵਾਨ ਅਤੇ ਬਜ਼ੁਰਗ ਜ਼ਰੂਰਤ ਮੁਤਾਬਕ ਐਕਸਰਸਾਈਜ਼ ਕਰਦੇ ਨੇ। ਇਸੇ ਤਰ੍ਹਾਂ ਜੋ ਪੜ੍ਹਨ ਲਿਖਣ ਦਾ ਸ਼ੌਕ ਰੱਖਦੇ ਨੇ, ਉਹਨਾਂ ਦੇ ਲਈ ਲਾਇਬ੍ਰੇਰੀਆਂ ਬਣਾ ਦਿੱਤੀਆਂ ਗਈਆਂ ਨੇ, ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਨੇ। ਸਿੰਘੂ ਬਾਰਡਰ ਦੇ ਉੱਤੇ ਪੇਂਟਿੰਗ ਦਾ ਸ਼ੌਕ ਰੱਖਣ ਵਾਲੇ ਪੇਂਟਿੰਗ ਦੇ ਜ਼ਰੀਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਇਹ ਤਿੰਨ ਤਸਵੀਰਾਂ ਕਿਸਾਨ ਅੰਦੋਲਨ ਦੇ ਰੰਗ ਕਿਹੋ ਜਿਹੇ ਇਸ ਸਮੇਂ ਨੇ, ਉਹ ਦਰਸਾਉਣ ਦੇ ਲਈ ਕਾਫੀ ਨੇ। ਅੱਗੇ ਵਧਦੇ ਹਾਂ ਤੇ ਖਬਰ ਬਠਿੰਡਾ ਤੋਂ ਲਵਾਂਗੇ। ਬਠਿੰਡਾ ਦੇ ਵਿੱਚ ਸੜਕ ਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਵਾਹਨ ਤਿਲਕ ਗਏ ਨੇ। ਇਹ ਤਸਵੀਰਾਂ ਵਿੱਚ ਦਿਖਾ ਰਿਹਾ ਤੁਹਾਨੂੰ, ਮੋਟਰਸਾਈਕਲ ਇੱਕ ਤੋਂ ਬਾਅਦ ਇੱਕ ਕਈ ਡਿੱਗਦੇ ਗਏ। ਅਜਿਹਾ ਕਿਉਂ ਹੋਇਆ, ਇਹ ਰਿਪੋਰਟ ਦੇਖੋ। ਬਠਿੰਡਾ ਦੇ ਡੀਏਵੀ ਕਾਲਜ ਦੇ ਕੋਲ ਮੁਗਲੈਲ ਡੁੱਲਣ ਦੇ ਕਾਰਨ ਪੂਰੀ ਸੜਕ ਤੇ ਤਿਲਕਣ ਹੋ ਗਈ, ਜਿਸ ਕਾਰਨ ਕਈ ਵਾਹਨ ਸਲਿਪ ਕਰ ਗਏ। ਕੁਝ ਮੋਟਰਸਾਈਕਲ ਸਵਾਰ ਸੜਕ ਤੇ ਡਿੱਗ ਪਏ, ਇੱਕ ਦੇ ਬਾਅਦ ਇੱਕ ਮੋਟਰਸਾਈਕਲ ਤਿਲਕਦਾ ਗਿਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਦਰਅਸਲ ਵਰਤੇ ਹੋਏ ਮੁਗਲੈਲ ਦਾ ਡਰਮ ਲਿਜਾਇਆ ਜਾ ਰਿਹਾ ਸੀ, ਜੋ ਸੜਕ ਤੇ ਹੀ ਪਲਟ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਜਿਹੜਾ ਮੁਗਲੈਲ ਵਗੈਰਾ ਜਿਹੜਾ ਪੁਰਾਣਾ ਇਕੱਠਾ ਕਰਦੇ ਨੇ ਮੋਟਰਸਾਈਕਲ ਵਾਲੇ, ਹਾਂਜੀ, ਉਹ ਡਰਮ ਭਰ ਕੇ ਲੈ ਕੇ ਜਾ ਰਿਹਾ ਸੀ, ਹਾਂਜੀ, तो अचानक वो तो स्लिप हुई, उससे पहला स्लिप होया। ਸੂਚਨਾ ਮਿਲਣ ਤੇ ਪੁਲਿਸ ਵੀ ਪਹੁੰਚ ਗਈ ਅਤੇ ਪੂਰੀ ਸੜਕ ਤੇ ਮਿੱਟੀ ਪਵਾ ਦਿੱਤੀ ਗਈ, ਤਾਂ ਜੋ ਸਲਿਪ ਹੋ ਰਹੇ ਵਾਹਨਾਂ ਨੂੰ ਬਚਾਇਆ ਜਾ ਸਕੇ। ਬਾਲਕ੍ਰਿਸ਼ਨ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀਗਾ ਤੇ ਅਸੀਂ ਆ ਮਿੱਟੀ ਪਵਾਈ ਜਾਂਦੇ, ਡੀਜ਼ਲ ਡੁੱਲ ਗਿਆ ਇੱਥੇ ਜਾਣ ਕੋ, ਹਾਂਜੀ, ਇਹ ਵਹੀਕਲ ਤੋਂ ਤੇ ਮਿੱਟੀ ਪਵਾਈ ਜਾਂਦੇ ਵੀ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ, ਕਿਸੇ ਦਾ ਮੋਟਰਸਾਈਕਲ ਨਾ ਤਿਲਕੇ। ਜੇ ਪੁਲਿਸ ਮੌਕੇ ਤੇ ਆ ਕੇ ਕੋਈ ਕਦਮ ਨਾ ਚੁੱਕਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ, ਪਰ ਸਮਾਂ ਰਹਿੰਦੇ ਹੀ ਪੁਲਿਸ ਨੇ ਇਸ ਤਿਲਕਣ ਵਾਲੀ ਸੜਕ ਤੇ ਮਿੱਟੀ ਪਵਾ ਕੇ ਲੋਕਾਂ ਦਾ ਬਚਾਅ ਕੀਤਾ। ਬਠਿੰਡਾ ਤੋਂ ਸੂਰਜਪਾਨ, ਨਿਊਜ਼ 18। ਹੁਣ ਅੱਗੇ ਵਧਦੇ ਹਾਂ ਤੇ ਕੁਰੂਕਸ਼ੇਤਰ ਦਾ ਰੁਖ ਕਰਾਂਗੇ। ਧਰਮ ਨਗਰੀ ਕੁਰੂਕਸ਼ੇਤਰ ਜਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ ਗੀਤਾ ਮਹਾਉਤਸਵ ਦੇ ਮੌਕੇ ਦੇ ਉੱਤੇ। ਗੀਤਾ ਮਹਾਉਤਸਵ ਮੌਕੇ ਕੁਰੂਕਸ਼ੇਤਰ ਦੇ ਵਿੱਚ ਮਹਾਆਰਤੀ ਕੀਤੀ ਗਈ, ਜਿੱਥੇ ਮਹਾਆਰਤੀ ਦੀ ਰੋਸ਼ਨੀ ਦੇ ਨਾਲ ਧਰਮ ਨਗਰੀ ਰੋਸ਼ਨਾਈ ਨਜ਼ਰ ਆਈ। ਇਸ ਦੌਰਾਨ ਕਈ ਸਿਆਸੀ ਅਤੇ ਧਾਰਮਿਕ ਹਸਤੀਆਂ ਵੀ ਸ਼ਾਮਲ ਹੋਈਆਂ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਬ੍ਰਹਮ ਸਰੋਵਰ ਦਾ ਅਲੌਕਿਕ ਨਜ਼ਾਰਾ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ, ਜਿੱਥੇ ਵੱਡੀ ਗਿਣਤੀ ਦੇ ਵਿੱਚ
ਲੋਕ ਪਹੁੰਚੇ ਇਸ ਆਰਤੀ ਦੇ ਵਿੱਚ ਸ਼ਾਮਲ ਹੋਣ ਦੇ ਲਈ। ਗੀਤਾ ਮਹਾਉਤਸਵ ਦੇ ਮੌਕੇ ਦੇ ਉੱਤੇ ਇਹ ਆਰਤੀ ਖਾਸ ਖਿੱਚ ਦਾ ਕੇਂਦਰ ਰਹਿੰਦੀ ਹੈ ਤੇ ਬ੍ਰਹਮ ਸਰੋਵਰ ਦੇ ਕਿਨਾਰੇ ਇਹ ਆਰਤੀ ਮਹਾਆਰਤੀ ਕੀਤੀ ਗਈ। ਤਾਂ ਇਸ ਮੌਕੇ ਵੱਡੀ ਗਿਣਤੀ ਜਿੱਥੇ ਲੋਕ ਪਹੁੰਚੇ ਹੋਏ ਸਨ, ਸ਼ਰਧਾਲੂ ਪਹੁੰਚੇ ਹੋਏ ਸੀ, ਉੱਥੇ ਧਾਰਮਿਕ ਜਗਤ ਦੀਆਂ ਕਈ ਨਾਮੀ ਹਸਤੀਆਂ ਉੱਥੇ ਪਹੁੰਚੀਆਂ ਹੋਈਆਂ ਸਨ, ਉੱਥੇ ਸਿਆਸੀ ਲੋਕ ਵੀ ਨਜ਼ਰ ਆਏ। ਤਾਂ ਗੀਤਾ ਮਹੋਤਸਵ ਦੇ ਵਿੱਚ ਇਸ ਦੇ ਦੌਰਾਨ ਕੁਰੂਕਸ਼ੇਤਰ ਧਰਮ ਨਗਰੀ ਜਗਮਗਾਈ नजर आई। कल गीता जयंती का पावन पर्व है और गीता में भगवान कृष्ण ने स्वयं कहा है कि जिन पर मैं कृपा करता हूँ उनके हृदय में स्थित होकर ज्ञान दीपेन भास्वता। मैं ज्ञान का दीप प्रज्वलित करता हूँ उनके हृदय में। और कल संयोग से मोक्षदा एकादशी के दिन यहाँ दीप प्रकाश हो रहा है, लाखों दिए जलेंगे। हमारे ਤੇ ਫਿਲਹਾਲ ਵੇਲਾ ਹੋ ਚਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ। ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।